Hello everyone, welcome to Victor's Knowledge. This is Chinu Sharma and today I am going to discuss with you top 50 MCQs from our chemistry subject ਤੇ ਜਿਹੜੇ ਇਹ MCQs ਨੇ ਇਹਨਾਂ ਦਾ basically main focus ਰਹੂਗਾ ਜੋ ਵੀ important topics chemistry subject ਚੋਂ exams ਦੇ ਵਿੱਚ ਆਉਂਦੇ ਨੇ ਕਿਸੇ ਵੀ ਤਰ੍ਹਾਂ ਦਾ exam ਹੈ ਚਾਹੇ local level ਦਾ state level ਦਾ so mostly ਦੇਖਿਆ ਜਾਂਦਾ ਵੀ acid base carbon and its compound metals ਜਿਹੜੇ ਇਹੀ 3-4 ਟੌਪਿਕ ਨੇ ਮੇਜਰਲੀ ਕੈਮਿਸਟਰੀ ਚੋਂ ਇਹਨਾਂ ਵਿੱਚੋਂ ਹੀ ਕੁਐਸਚਨਸ ਪੁੱਛੇ ਜਾਂਦੇ ਨੇ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਸੋ ਬਿਫੋਰ ਬਿਗਨਿੰਗ ਆਈ ਵਾਂਟ ਟੂ ਸ਼ੇਅਰ ਮਾਈ ਹੈਂਡ ਰਿਟਨ ਨੋਟਸ ਵਿਦ ਯੂ ਗਾਇਜ਼ ਸੋ ਮੇਰੇ ਹੈਂਡ ਰਿਟਨ ਨੋਟਸ ਹੈ ਹਿਸਟਰੀ ਦੇ ਜਿਹਦੇ ਵਿੱਚ ਪੂਰੀ ਕੰਪਲੀਟ ਹਿਸਟਰੀ ਕਵਰ ਹੋ ਰਹੀ ਹੈ ਤੇ ਇਹ ਨੇ ਸਿਰਫ 200 ਰੁਪੀਸ ਦੇ ਯੂ ਕੈਨ ਹੈਵ ਅ ਲੁੱਕ ਸੋ ਨੈਕਸਟ ਹੈ ਜੀਓਗ੍ਰਾਫੀ ਆਫ ਪੰਜਾਬ ਦੇ ਨੋਟਸ ਕੰਪਿਊਟਰ ਅਵੇਅਰਨੈਸ ਦੇ ਜੋ ਵੀ ਬੇਸਿਕ ਟੌਪਿਕ ਨੇ ਤੁਸੀਂ ਦੇਖ ਸਕਦੇ ਹੋ ਕਿ ਬਾਈਟ ਕਿੰਨੀ ਹੁੰਦੀ ਹੈ ਕਿਲੋਬਾਈਟ ਬਿਟ ਨਿਬਲ ਹਰ ਤਰ੍ਹਾਂ ਦੀ ਛੋਟੀ ਤੋਂ ਛੋਟੀ ਮੈਂ ਜਿਹੜੀ ਚੀਜ਼ ਹੈ ਉਹਨੂੰ ਟੱਚ ਕੀਤਾ ਹੈ ਇੰਪੋਰਟੈਂਟ ਡਿਸਕਵਰੀਜ਼ ਇਨਵੈਂਸ਼ਨਸ ਕਿਨੇ ਕੀਤੀਆਂ ਨੇ ਸੋ ਕੰਪਿਊਟਰ ਅਵੇਅਰਨੈਸ ਦੇ ਹੈਂਡ ਰਿਟਨ ਨੋਟਸ ਹੈ ਜੀਓਗ੍ਰਾਫੀ ਆਫ ਪੰਜਾਬ ਦੇ ਹੈ ਐਂਡ ਜੀਓਗ੍ਰਾਫੀ ਆਫ ਇੰਡੀਆ ਦੇ ਇਹ ਸਾਰੇ ਜਿਹੜੇ ਟੌਪਿਕਸ ਨੇ ਇਹਨਾਂ ਦੇ ਉੱਤੇ ਤੁਹਾਨੂੰ ਨੋਟਸ ਮਿਲ ਰਹੇ ਨੇ ਸੋ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਨੋਟਸ ਹੈ ਆਲਸੋ ਮੈਂ ਤੁਹਾਨੂੰ 300 ਰੁਪੀਸ ਦੇ ਵਿੱਚ ਇਹ ਜਿਹੜੇ ਨੋਟਸ ਨੇ ਜੀਓਗ੍ਰਾਫੀ ਆਫ ਇੰਡੀਆ ਜੀਓਗ੍ਰਾਫੀ ਆਫ ਪੰਜਾਬ ਕੰਪਿਊਟਰ ਅਵੇਅਰਨੈਸ ਇਹਨਾਂ ਦੇ ਨਾਲ ਕੁਝ ਇਕਨੋਮਿਕਸ ਦੇ ਇੰਪੋਰਟੈਂਟ ਟੌਪਿਕਸ ਦੇ ਆਪਣੇ ਹੈਂਡ ਰਿਟਨ ਨੋਟਸ ਐਕਸਟਰਾ ਦੇ ਰਹੀ ਹਾਂ ਸੋ ਉਹ ਕੰਪਲੀਮੈਂਟਰੀ ਨੇ ਨਾਲ ਇੱਕ ਹੋਰ ਇੰਪੋਰਟੈਂਟ ਚੀਜ਼ ਕਿ ਜਿਹੜੇ ਇੰਡੀਆ ਜੀਓਗ੍ਰਾਫੀ ਦੇ ਮੇਰੇ ਹੈਂਡ ਰਿਟਨ ਨੋਟਸ ਨੇ ਉਹਨਾਂ ਤੋਂ ਇਲਾਵਾ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਜਿਹਦੇ ਅੰਦਰ ਪੂਰੀ A to Z ਸਾਰੀ ਦੀ ਸਾਰੀ ਇੰਡੀਆ ਦੀ ਜੀਓਗ੍ਰਾਫੀ ਕੰਪਲੀਟ ਹੋ ਜੂਗੀ ਉਹ ਜਿਹੜੀ PDFs ਨੇ ਡਿਫਰੈਂਟ ਸੋਰਸਿਸ ਤੋਂ ਕੰਪਾਈਲ ਕੀਤੀਆਂ ਹੋਈਆਂ ਮੈਂ ਤੁਹਾਨੂੰ ਫ੍ਰੀ ਆਫ ਕਾਸਟ ਉਹ PDFs ਵੀ ਨਾਲ ਦੇ ਰਹੀ ਹਾਂ ਸੋ ਤੁਸੀਂ ਦੇਖ ਸਕਦੇ ਹੋ ਕਿ 300 ਰੁਪੀਸ ਦੇ ਵਿੱਚ ਤੁਹਾਡੇ 3-4 ਟੌਪਿਕਸ ਕਵਰ ਹੋ ਰਹੇ ਨੇ ਜੇ ਤੁਸੀਂ ਇਕੱਲੇ ਹਿਸਟਰੀ ਦੇ ਲੈਣੇ ਨੇ ਤਾਂ ਉਹਨਾਂ ਦੀ ਕਾਸਟ ਹੈ 200 ਰੁਪੀਸ ਬਾਕੀ ਜੇ ਤੁਹਾਡੇ ਲਈ ਇੱਕ ਸਪੈਸ਼ਲ ਆਫਰ ਹੈ ਜੇ ਤੁਸੀਂ ਹਿਸਟਰੀ ਪਲੱਸ ਜਿੰਨੇ ਵੀ ਇਹ ਬਾਕੀ ਸਾਰੇ ਮੈਂ ਤੁਹਾਨੂੰ ਟੌਪਿਕ ਦੱਸੇ ਨੇ ਜੀਓਗ੍ਰਾਫੀ ਆਫ ਇੰਡੀਆ ਜੀਓਗ੍ਰਾਫੀ ਆਫ ਪੰਜਾਬ ਫਿਊ ਇਕਨੋਮਿਕ ਟੌਪਿਕਸ ਐਂਡ ਬੇਸਿਕ ਕੰਪਿਊਟਰ ਅਵੇਅਰਨੈਸ ਸੋ ਇਹਨਾਂ ਦੇ ਨੋਟਸ ਦੀ ਆਫਰ ਪ੍ਰਾਈਸ ਹੈ ਓਨਲੀ ₹400 so if you are interested you can either send DM on Instagram page or you can send email on legalvictor02896@gmail.com So now let's begin with our first question. Which one of the following is acidic? ਇਹਨਾਂ ਦੇ ਵਿੱਚੋਂ acidic nature ਦਾ ਕੀ ਹੈ? So options ਨੇ lemon juice, tomatoes, milk. So ਇਹਦਾ ਸਹੀ ਆਨਸਰ ਹੈ option D all. ਇਹ ਤਿੰਨੋਂ ਚੀਜ਼ਾਂ ਹੀ acidic nature ਦੀਆਂ ਨੇ. Next ਹੈ which one of the following will turn red litmus blue? Red litmus blue ਇਹ ਆਪਾਂ ਕਦੋਂ ਪੜ੍ਹਦੇ ਹਾਂ ਜਦੋਂ ਆਪਾਂ ਕਿਸੇ ਦਾ pH ਸਕੇਲ ਦੇਖਦੇ ਹਾਂ pH ਸਕੇਲ ਦੇ ਵਿੱਚ ਕੀ ਹੁੰਦਾ ਆਪਣੇ ਕੋਲ ਇੱਕ ਪ੍ਰੋਪਰ ਨੰਬਰਿੰਗ ਹੁੰਦੀ ਆ ਜਿਹਦੇ ਵਿੱਚ ਸੈਂਟਰ 'ਚ ਹੁੰਦਾ 0 ਜਿਹਨੂੰ ਆਪਾਂ ਕਹਿੰਦੇ ਆ ਨਿਊਟਰਲ ਸੋ ਕਹਿੰਦੇ ਐਸਿਡਿਕ ਬੇਸਿਕ ਨਿਊਟਰਲ ਇਹ ਤਿੰਨ ਚੀਜ਼ਾਂ ਦੇਖਣ ਦੇ ਲਈ ਆਪਾਂ pH ਸਕੇਲ ਹੈ ਇਹਦੀ ਵਰਤੋਂ ਕਰਦੇ ਹਾਂ ਸੋ ਕਹਿੰਦੇ ਜਦੋਂ ਆਪਾਂ ਨੇ ਕਿਸੇ ਦਾ pH ਸਕੇਲ ਦੇਖਣਾ ਤਾਂ ਉਹਦੇ ਲਈ ਇੱਕ ਲਿਟਮਸ ਪੇਪਰ ਦੀ ਵਰਤੋਂ ਕਰਦੇ ਹਾਂ ਸੋ ਕਹਿੰਦੇ ਜਿਹੜਾ ਰੈੱਡ ਲਿਟਮਸ ਆ ਇਹ ਬਲੂ ਕਦੋਂ ਹੁੰਦਾ ਜਦੋਂ ਆਪਾਂ ਇਹਨੂੰ ਬੇਕਿੰਗ ਸੋਡਾ ਸੋਲਿਊਸ਼ਨ ਦੇ ਵਿੱਚ ਪਾਈਏ ਸੋ ਨੈਕਸਟ ਹੈ which of the following will turn blue litmus red ਹੁਣ ਆ ਗਈ ਉਲਟੀ ਚੀਜ਼ ਸੋ ਇਹ ਹੋਊਗਾ ਵਿਨੇਗਰ ਸੋ ਬਲੂ ਕਦੋਂ ਹੁੰਦਾ ਜਦੋਂ ਚੀਜ਼ ਬੇਸਿਕ ਨੇਚਰ ਦੀ ਹੈ ਬੇਸ ਹੈ ਤੇ ਰੈੱਡ ਕਦੋਂ ਹੋਊਗਾ ਜਦੋਂ ਚੀਜ਼ ਐਸਿਡ ਹੈ ਐਸਿਡਿਕ ਨੇਚਰ ਦੀ ਹੈ ਸੋ ਤੁਸੀਂ ਇਹ ਇੰਪੋਰਟੈਂਟ ਚੀਜ਼ਾਂ ਨੇ ਯਾਦ ਰੱਖਣੀਆਂ ਨੇ ਨੈਕਸਟ ਹੈ ਫੋਰਥ ਮਿਥਾਈਲ ਔਰੇਂਜ ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮਸ ਦੇ ਵਿੱਚ ਆਇਆ ਹੈ ਕਿ ਮਿਥਾਈਲ ਔਰੇਂਜ ਹੈ ਜਿਹੜਾ ਇਹ ਲਿਟਮਸ ਪੇਪਰ ਦੇ ਉੱਤੇ ਇਹਦਾ ਕੀ ਅਸਰ ਹੈ ਇਹ ਕਲਰਸ ਨੂੰ ਕਿਵੇਂ ਚੇਂਜ ਕਰਦਾ ਸੋ ਜਿਹੜਾ ਮਿਥਾਈਲ ਔਰੇਂਜ ਹੈ ਇਹ ਐਸਿਡ ਦੇ ਵਿੱਚ ਜੇ ਪਾਈਏ ਤਾਂ ਪਿੰਕ ਕਲਰ ਦਾ ਹੋ ਜਾਂਦਾ ਜੇ ਉਹਨੂੰ ਬੇਸ ਦੇ ਵਿੱਚ ਪਾਈਏ ਤਾਂ ਇਹ ਯੈਲੋ ਕਲਰ ਦਾ ਹੋ ਜਾਂਦਾ ਸੋ ਇਸ ਕੁਐਸਚਨ ਦਾ ਸਹੀ ਆਪਸ਼ਨ ਹੈ ਆਪਸ਼ਨ A ਦੈਨ ਫਿਫਥ ਲਾਈਮ ਵਾਟਰ ਇਜ਼ ਇਹਨਾਂ ਦੇ ਵਿੱਚੋਂ ਲਾਈਮ ਵਾਟਰ ਦੀ ਕਿਹੜੀ ਇੱਕ ਕੈਮੀਕਲ ਫਾਰਮੂਲਾ ਹੈ ਸੋ ਉਹ ਹੈ ਆਪਸ਼ਨ B CaOH2
ਸੋ ਜੇ ਆਪਾਂ CaOH2 ਨੂੰ ਆਪਾਂ ਇੰਗਲਿਸ਼ ਸਿੰਪਲ ਵਰਡਸ ਦੇ ਵਿੱਚ ਆਪਾਂ ਨੇ ਪੜ੍ਹਨਾ ਹੋਵੇ ਤਾਂ ਆਪਾਂ ਇਹਨੂੰ ਲਿਖਾਂਗੇ ਕੈਲਸ਼ੀਅਮ ਹਾਈਡਰੋਆਕਸਾਈਡ। ਸੋ ਤੁਸੀਂ ਆਪਸ਼ਨ ਦੇ ਵਿੱਚ ਹਾਈਡਰੋ ਕੀ ਹੁੰਦਾ, ਵਾਟਰ ਨਾਲ ਰਿਲੇਟਡ ਟਰਮ ਹੈ। ਸੋ ਕੁਐਸਚਨ ਦੇ ਵਿੱਚ ਕੀ ਹੈ, ਵਾਟਰ। ਸੋ ਤੁਸੀਂ ਇਸ ਤਰ੍ਹਾਂ ਦੇ ਨਾਲ ਆਪਸ਼ਨਸ ਨੂੰ ਚੂਜ਼ ਕਰ ਸਕਦੇ ਹੋ। ਜੇ ਤੁਹਾਨੂੰ ਕਿਸੇ ਬਾਈ ਚਾਂਸ ਆਪਸ਼ਨ ਦਾ ਆਨਸਰ ਨਹੀਂ ਵੀ ਪਤਾ ਤਾਂ ਟਰਾਈ ਕਰੋ ਤੁਸੀਂ ਕੁਐਸਚਨ ਦੇ ਵਿੱਚੋਂ ਕੋਈ ਨਾ ਕੋਈ ਰੈਲੇਵੈਂਟ ਇੱਕ ਪ੍ਰੋਪਰ ਜਿਹੜਾ ਮੇਨ ਕੀਵਰਡ ਹੈ ਉਹਨੂੰ ਤੁਸੀਂ ਆਪਸ਼ਨ ਦੇ ਨਾਲ ਰਿਲੇਟ ਕਰਕੇ ਦੇਖੋ। Then is sixth, the nature of calcium phosphate is present in tooth enamel is, ਕਹਿੰਦੇ ਜਿਹੜਾ ਆਪਣੇ ਦੰਦ ਹੁੰਦਾ ਉਹਦੇ ਵਿੱਚ ਇੱਕ ਕੈਲਸ਼ੀਅਮ ਫਾਸਫੇਟ ਹੁੰਦਾ, ਉਹਦੀ ਨੇਚਰ ਕੀ ਹੈ? ਸੋ ਉਹ ਹੈ ਬੇਸਿਕ ਨੇਚਰ ਦਾ। ਜੇ ਐਸਿਡਿਕ ਹੋਊਗਾ ਫਿਰ ਤਾਂ ਆਪਣੇ ਅੰਦਰ ਆਪਣੇ ਦੰਦ ਸਹੀ ਰਹਿ ਹੀ ਨਹੀਂ ਪਾਉਣਗੇ। ਸੋ ਉਹ ਬੇਸਿਕ ਨੇਚਰ ਦਾ ਹੁੰਦਾ। So seventh is, which of the following salt has no water of crystallization? ਇਹਨਾਂ ਦੇ ਵਿੱਚੋਂ ਕਿਹੜਾ ਇਹ ਜਿਹਾ ਸਾਲਟ ਹੈ ਜਿਹਦੇ ਵਿੱਚ ਕੋਈ ਵੀ ਪਾਣੀ ਦੇ ਕ੍ਰਿਸਟਲ ਨਹੀਂ ਪਾਏ ਜਾਂਦੇ? ਸੋ ਇਹਦਾ ਸਹੀ ਆਨਸਰ ਹੈ ਆਪਣੇ ਕੋਲ ਆਪਸ਼ਨ ਸੀ, ਬੇਕਿੰਗ ਸੋਡਾ। ਬਾਕੀ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਦੇ ਕ੍ਰਿਸਟਲਸ ਪ੍ਰੈਜ਼ੈਂਟ ਹੁੰਦੇ ਨੇ। ਨੈਕਸਟ ਹੈ, ਕਹਿੰਦੇ ਜਿਹੜਾ ਇੱਕ ਸੋਡਾ ਲਾਈਮ ਮਿਕਸਚਰ ਹੈ ਉਹਦੇ ਵਿੱਚ ਜੇ ਆਪਾਂ ਕੁਇਕ ਲਾਈਮ ਪਾ ਦਈਏ ਤਾਂ ਕੁਇਕ ਲਾਈਮ ਦਾ ਕੀ ਫੰਕਸ਼ਨ ਹੋਊ, ਕੀ ਅਸਰ ਹੋਊ? ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਏ। ਕਹਿੰਦੇ ਜਿਹੜਾ ਕੁਇਕ ਲਾਈਮ ਹੈ ਉਹ ਜਿੰਨੀ ਵੀ ਨਮੀ ਹੈ, ਮੋਇਸਚਰ ਹੈ ਸੋਡਾ ਲਾਈਮ ਦਾ, ਉਹਨੂੰ ਆਪਣੇ ਅੰਦਰ ਐਬਜ਼ੌਰਬ ਕਰ ਲੂ। ਸੋ ਨੈਕਸਟ ਇਜ਼ pH of a solution of HCl is 4. This shows that the molarity of solution is, ਸੋ ਇਹ ਜਿਹੜਾ ਕੁਐਸਚਨ ਹੈ ਇਹ ਬੇਸਿਕ ਹੈ, ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ ਹੈ। ਸੋ ਤੁਸੀਂ ਇਹਨੂੰ ਦੇਖ ਕੇ ਡਰਨਾ ਨਹੀਂ ਕਿ ਸਾਨੂੰ ਤਾਂ ਉਰੇ ਨਿਊਮੈਰੀਕਲ ਬੇਸਡ ਕੁਐਸਚਨ ਆ ਗਏ। ਸੋ ਨਿਊਮੈਰੀਕਲ ਬੇਸਡ ਕੁਐਸਚਨ ਆਉਣ ਦੇ ਬਹੁਤ ਘੱਟ ਚਾਂਸਿਸ ਨੇ, ਪਰ ਜੋ ਕੁਐਸਚਨ ਰਿਪੀਟ ਹੁੰਦੇ ਨੇ ਬਾਰ-ਬਾਰ ਐਗਜ਼ਾਮ ਦੇ ਵਿੱਚ ਮੈਂ ਤੁਹਾਨੂੰ ਉਹ ਪ੍ਰੋਵਾਈਡ ਕਰਵਾ ਰਹੀ ਹਾਂ। ਕਿਉਂਕਿ ਕਾਫੀ ਵਾਰੀ ਸਟੇਟ ਸਿਵਲ ਸਰਵਿਸਿਜ਼ ਦੇ ਵਿੱਚ ਮੈਂ ਈਵਨ PCS ਵਿੱਚ ਵੀ ਦੇਖਿਆ ਕਿ ਪਿਛਲੇ 2014-15 ਦੇ ਜੇ ਤੁਸੀਂ ਕੁਐਸਚਨ ਪੇਪਰ ਚੱਕ ਕੇ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਫਿਜ਼ਿਕਸ ਦੇ ਵਿੱਚੋਂ ਜਾਂ ਕੈਮਿਸਟਰੀ ਦੇ ਵਿੱਚੋਂ ਇੱਕ ਅੱਧਾ ਕੁਐਸਚਨ ਇੱਦਾਂ ਦਾ ਪਾ ਦਿੰਦੇ ਨੇ ਟਫ। ਸੋ ਤੁਸੀਂ ਉਹਨੂੰ ਦੇਖ ਕੇ ਬਿਲਕੁਲ ਡਰਨਾ ਨਹੀਂ ਹੈ। ਜੇ ਤੁਸੀਂ ਉਹਦੀ ਪਹਿਲਾਂ ਤਿਆਰੀ ਕੀਤੀ ਹੋਊਗੀ, ਉਹ ਕੁਐਸਚਨ ਤੁਸੀਂ ਦੇਖਿਆ ਹੋਊਗਾ, ਸੋ ਤੁਸੀਂ ਉੱਥੇ ਆਪਸ਼ਨ ਟਿਕ ਕਰ ਸਕਦੇ ਹੋ। ਸੋ ਤੁਸੀਂ ਇਹਨੂੰ ਲਰਨ ਹੀ ਕਰ ਲਓ, ਚਾਹੇ ਜੇ ਤੁਸੀਂ ਫਾਰਮੂਲਾ ਨਹੀਂ ਇਹਦਾ ਸਮਝਣਾ ਕਿ pH ਹੈ ਜੇ ਕਿਸੇ HCl ਸੋਲੂਸ਼ਨ ਦੀ, ਹਾਈਡਰੋਕਲੋਰਿਕ ਸੋਲੂਸ਼ਨ ਦੀ 4, ਤਾਂ ਉਹਦਾ ਮੋਲੈਰਿਟੀ ਕਿੰਨਾ ਹੋਊਗਾ? ਉਹ ਹੋਊਗਾ 0.0001 m। ਸੋ ਤੁਸੀਂ ਇਹਨੂੰ ਲਰਨ ਕਰ ਲਓ। ਨੈਕਸਟ ਹੈ the difference of molecules of water। ਇੱਕ ਜਿਪਸਮ ਹੈ ਤੇ ਇੱਕ POP ਹੈ, ਉਹਦੇ ਵਿੱਚ ਜਿਹੜਾ ਪਾਣੀ ਦੇ ਮੋਲੀਕਿਊਲਸ ਕਿ ਕਿੰਨਾ ਇਸ ਸੋਲੂਸ਼ਨ ਦੇ ਵਿੱਚ ਪਾਣੀ ਹੈ, ਕਿੰਨਾ POP ਚ ਪਾਣੀ ਹੈ, ਉਹਨਾਂ ਦਾ ਆਪਸ ਦੇ ਵਿੱਚ ਅੰਤਰ ਕਿੰਨਾ ਹੈ ਜਿਪਸਮ ਤੇ POP ਦੇ ਪਾਣੀ ਦੇ ਲੈਵਲ ਦਾ। ਤੁਹਾਨੂੰ ਪਤਾ ਕਿ ਇਹ ਚੀਜ਼ਾਂ ਕੀ ਹੁੰਦੀਆਂ ਨੇ, ਜਦੋਂ ਵੀ ਆਪਣੇ ਕੋਈ ਕੰਮ ਹੋ ਰਿਹਾ ਕੰਸਟਰਕਸ਼ਨ ਦਾ ਜਾਂ ਪੇਂਟ ਵਗੈਰਾ ਦਾ, POP ਦਾ ਕੰਮ ਹੁੰਦਾ ਤਾਂ ਉੱਥੇ ਪਾਣੀ ਮਿਕਸ ਕਰਦੇ ਆ ਆਪਾਂ ਇੱਕ ਸੁੱਕੇ ਪਾਊਡਰ ਦੇ ਵਿੱਚ। ਸੋ ਉਹ ਕਹਿੰਦੇ ਕਿੰਨਾ ਪਾਣੀ ਆਪਾਂ ਜਿਪਸਮ ਚ ਮਿਲਾਉਂਦੇ ਆ, ਕਿੰਨਾ POP ਚ, ਆਪਸ ਚ ਉਹਨਾਂ ਦਾ ਅੰਤਰ ਕਿੰਨਾ ਹੈ? ਸੋ ਉਹ ਹੈ 3/2 ਦਾ ਡਿਫਰੈਂਸ। ਸੋ ਨੈਕਸਟ ਕੁਐਸਚਨ ਹੈ which of the following does not form an acidic salt? ਇਹਨਾਂ ਵਿੱਚੋਂ ਐਸਿਡਿਕ ਨੇਚਰ ਦਾ ਸਾਲਟ ਕਿਹੜਾ ਨਹੀਂ ਹੈ? ਸੋ ਉਹ ਹੈ ਕਾਰਬੋਨਿਕ ਐਸਿਡ। ਬਾਕੀ ਫਾਸਫੋਰਿਕ ਹੋ ਗਿਆ, HCl ਹੋ ਗਿਆ, ਸਲਫਿਊਰਿਕ, ਇਹ ਤਿੰਨੋਂ ਐਸਿਡਿਕ ਸਾਲਟ ਨੇ। ਨੈਕਸਟ ਹੈ ਕੌਸਟਿਕ ਪੋਟੈਸ਼ ਦਾ ਕੈਮੀਕਲ ਫਾਰਮੂਲਾ ਕੀ ਹੈ? ਸੋ ਉਹ ਹੈ KOH। 13th is which of the following metal is present in the anode mud during the electrolytic refining of copper? ਜਦੋਂ ਆਪਾਂ ਕਾਪਰ ਨੂੰ ਇਲੈਕਟ੍ਰੋਲਿਟਿਕ ਪ੍ਰੋਸੈਸ ਦੇ ਥਰੂ ਸਾਫ਼ ਕਰਦੇ ਹਾਂ ਤਾਂ ਕਹਿੰਦੇ ਜਿਹੜਾ ਉਹਦਾ ਐਨੋਡ ਮਡ ਹੁੰਦਾ, ਤੁਹਾਨੂੰ ਪਤਾ ਇੱਕ ਪੋਜ਼ਿਟਿਵ ਨੈਗੇਟਿਵ ਚਾਰਜ ਵਾਲੀਆਂ ਕੁਝ ਵਾਇਰਸ ਹੁੰਦੀਆਂ ਨੇ ਅੰਦਰ, ਸੋ ਉਹਨਾਂ ਦੇ ਉੱਤੇ ਕਹਿੰਦਾ ਕਿਹੜਾ ਮੈਟਲ ਹੈ ਜਿਹੜਾ ਉਹ ਚਿਪਕ ਜਾਂਦਾ ਹੈ। ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ, ਆਇਰਨ। Then 14th is an element reacts with oxygen to give a compound with a high melting point। ਕਹਿੰਦੇ ਇੱਕ ਇਹੋ ਜਿਹਾ ਐਲੀਮੈਂਟ ਹੈ ਜਿਹੜਾ ਆਕਸੀਜਨ ਦੇ ਨਾਲ ਰਿਐਕਟ ਕਰਕੇ ਇੱਕ ਬਹੁਤ ਹੀ ਜ਼ਿਆਦਾ ਹਾਈ ਮੈਲਟਿੰਗ ਪੁਆਇੰਟ ਵਾਲਾ ਕੰਪਾਊਂਡ ਬਣਾਉਂਦਾ। ਸੋ ਜਿਹੜਾ ਕੰਪਾਊਂਡ ਹੈ ਇਹ ਪਾਣੀ ਦੇ ਵਿੱਚ ਸੋਲਿਊਬਲ ਵੀ ਹੁੰਦਾ। ਸੋ ਉਰੇ ਆਪਾਂ ਨੇ ਦੱਸਣਾ ਹੈ ਵੀ ਉਹ ਐਲੀਮੈਂਟ ਕਿਹੜਾ ਹੈ। ਸੋ ਉਸ ਐਲੀਮੈਂਟ ਦਾ ਨਾਮ ਹੈ ਆਇਰਨ। ਨੈਕਸਟ ਹੈ the second most abundant metal in the earth's crust is।
ਕਹਿੰਦੇ ਸਭ ਤੋਂ ਜ਼ਿਆਦਾ ਅਰਥ ਦੀ ਅੰਦਰ ਧਰਤੀ ਦੇ ਅੰਦਰ ਕਰਸਟ ਦੇ ਅੰਦਰ ਮਿਲਣ ਵਾਲਾ ਮੈਟਲ ਕਿਹੜਾ ਹੈ? ਸੋ ਉਹਦਾ ਸਹੀ ਆਨਸਰ ਹੈ ਆਪਸ਼ਨ ਡੀ ਆਇਰਨ। Next is an alloy of zinc and copper. So Zn ਦਾ ਮਤਲਬ ਹੈ zinc, Cu ਕਪਰਸ ਤੋਂ ਬਣਿਆ ਹੈ copper। ਇਹਨੂੰ ਜੇ ਆਪਾਂ diluted ਹੁੰਦਾ ਪਾਣੀ ਦੇ ਨਾਲ ਘੁਲੇ ਹੋਏ HCl ਦੇ ਵਿੱਚ ਪਾ ਦਈਏ ਹਾਈਡਰੋਕਲੋਰਿਕ ਐਸਿਡ ਦੇ ਵਿੱਚ ਤਾਂ ਇੱਕ ਹਾਈਡਰੋਜਨ ਗੈਸ ਨਿਕਲਦੀ ਹੈ। ਕਹਿੰਦੇ ਇਸ ਐਵੋਲੂਸ਼ਨ ਨੂੰ ਤੁਸੀਂ ਪੂਰੀ ਤਰ੍ਹਾਂ ਕੀ ਕਹੋਗੇ? ਸੋ ਇਹਨੂੰ ਆਪਾਂ ਇਹ ਕਹਾਂਗੇ ਵੀ ਸਿਰਫ ਜਿਹੜੀ ਜ਼ਿੰਕ ਹੈ ਉਹ ਰਿਐਕਟ ਕੀਤਾ ਹੈ ਡਾਇਲੂਟਿਡ HCl ਦੇ ਨਾਲ, ਉਰੇ ਕਾਪਰ ਦਾ ਕੋਈ ਵੀ ਰਿਐਕਸ਼ਨ ਨਹੀਂ ਹੋਇਆ। ਸੋ ਜਦੋਂ ਜ਼ਿੰਕ ਨੇ HCl ਦੇ ਨਾਲ ਆਪਣਾ ਰਿਐਕਸ਼ਨ ਕੀਤਾ ਤਾਂ ਉੱਥੋਂ ਹਾਈਡਰੋਜਨ ਗੈਸ ਬਾਹਰ ਨਿਕਲੀ। ਨੈਕਸਟ ਹੈ 17th। So 17th is a greenish coating develops on copper utensil। ਕਹਿੰਦੇ ਜਿਹੜੇ ਕਾਪਰ ਦੇ ਭਾਂਡੇ ਹੁੰਦੇ ਨੇ ਉਹਨਾਂ ਦੇ ਉੱਤੇ ਕਈ ਵਾਰੀ ਹਰੇ ਰੰਗ ਦੀ ਕੋਟਿੰਗ ਹੋ ਜਾਂਦੀ ਹੈ। ਸੋ ਜਿਹੜੀ ਕੋਟਿੰਗ ਹੈ ਉਹ ਕਿਸ ਚੀਜ਼ ਕਰਕੇ ਹੁੰਦੀ ਹੈ? ਸੋ ਉਹ ਹੁੰਦੀ ਹੈ CuCO3 ਕਰਕੇ। ਨੈਕਸਟ ਹੈ 18th। ਜਿਹੜੀ ਆਇਰਨ ਆਪਣਾ ਲੋਹਾ ਹੈ ਉਹਨੂੰ ਜਰ ਲੱਗ ਜਾਂਦੀ ਹੈ, ਉਹਨੂੰ ਜਿਹੜੀ ਰਸਟ ਹੋ ਜਾਂਦੀ ਹੈ, ਖਰਾਬ ਹੋ ਜਾਂਦੀ ਹੈ, ਉੱਪਰ ਥੋੜੀ ਥੋੜੀ ਰੈਡਿਸ਼ ਲਾਲ ਰੰਗ ਦਾ ਇੱਕ ਕਲਰ ਆਉਣ ਲੱਗ ਜਾਂਦਾ, ਇੱਕ ਲੇਅਰ ਬਣਨ ਲੱਗ ਜਾਂਦੀ ਹੈ। ਸੋ ਇਹ ਕਹਿੰਦੇ ਕਿਸ ਚੀਜ਼ ਨਾਲ ਹੁੰਦੀ ਹੈ? ਸੋ ਰਸਟਿੰਗ ਆਫ ਆਇਰਨ ਟੇਕਸ ਪਲੇਸ ਇਨ ਬੋਥ ਆਰਡੀਨਰੀ ਐਂਡ ਡਿਸਟਿਲਡ ਵਾਟਰ। ਕੋਈ ਵੀ ਲੋਹੇ ਦੀ ਚੀਜ਼ ਬਾਹਰ ਪਈ ਰਵੇ, ਉਹਦੇ ਵਿੱਚ ਜ਼ਿਆਦਾ ਹਿਊਮਿਡਿਟੀ ਆ ਜਾਵੇ ਜਾਂ ਮੀਂਹ ਵਗੈਰਾ ਦੇ ਵਿੱਚ ਜ਼ਿਆਦਾ ਪਈ ਰਹੇ ਤਾਂ ਉਹਦੇ ਉੱਤੇ ਜਿਹੜੀ ਰਸਟ ਹੈ ਉਹ ਲੱਗਣੀ ਸ਼ੁਰੂ ਹੋ ਜਾਂਦੀ ਹੈ। ਨੈਕਸਟ ਹੈ ਦ ਬ੍ਰੌਂਜ਼ ਮੈਡਲਸ ਆਰ ਮੇਡ ਅਪ ਆਫ। ਕਹਿੰਦੇ ਜਿਹੜੇ ਬ੍ਰੌਂਜ਼ ਦੇ ਮੈਡਲ ਹੁੰਦੇ ਨੇ ਉਹ ਕਿਸ ਚੀਜ਼ ਦੇ ਬਣੇ ਹੁੰਦੇ ਨੇ? ਸੋ ਉਹ ਬਣੇ ਹੁੰਦੇ ਨੇ Cu and Sn ਦੇ। ਸੋ ਇੱਕ ਹੋਰ ਉਰੇ ਇੰਪੋਰਟੈਂਟ ਮੈਂ ਤੁਹਾਨੂੰ ਕੁਐਸਚਨ ਦੱਸਣਾ ਚਾਹੁੰਦੀ ਹਾਂ ਕਿ ਇਸ ਟਾਈਮ ਟੋਕੀਓ 올림픽ਸ ਚੱਲ ਰਹੇ ਨੇ ਤੇ ਇਸ ਵਾਰ ਦੇ ਜਿੰਨੇ ਵੀ ਮੈਡਲ ਨੇ ਚਾਹੇ ਉਹ 골ਡ ਹੈ, ਸਿਲਵਰ ਹੈ, ਕਾਪਰ ਹੈ, ਉਹ ਰੀਸਾਈਕਲਡ ਵੇਸਟ ਤੋਂ ਬਣ ਰਹੇ ਨੇ। ਸੋ ਇਹ ਤੁਸੀਂ ਕਰੰਟ ਅਫੇਅਰ ਲਈ ਕੁਐਸਚਨ ਵੀ ਤਿਆਰ ਕਰਨਾ ਹੈ ਕਿ ਟੋਕੀਓ 올림픽 ਦੇ ਮੈਡਲਸ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਅੰਦਰ ਰੀਸਾਈਕਲਡ ਵੇਸਟ ਤੋਂ ਤਿਆਰ ਕੀਤੇ ਜਾ ਰਹੇ ਨੇ। ਸੋ 20th ਕੁਐਸਚਨ ਹੈ ਸਿਲਵਰ ਆਰਟੀਕਲ ਜਿਹੜੇ ਚਾਂਦੀ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਕਈ ਵਾਰੀ ਹਵਾ 'ਚ ਬਾਹਰ ਰੱਖਣ ਦੇ ਨਾਲ ਕਾਲੀਆਂ ਹੋਣ ਲੱਗ ਜਾਂਦੀਆਂ ਨੇ। ਸੋ ਕਹਿੰਦੇ ਇਹ ਕਾਲੀਆਂ ਕਿਉਂ ਹੁੰਦੀਆਂ ਨੇ? ਕਿਉਂਕਿ ਇਹਨਾਂ ਦੇ ਉੱਤੇ ਜਿਹੜਾ ਇੱਕ ਪ੍ਰੋਪਰ ਲੇਅਰ ਹੈ ਇੱਕ ਅਲੱਗ ਤੋਂ ਮੈਟਲ ਦੀ ਕੰਪਾਊਂਡ ਦੀ ਉਹ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸੋ ਦੈਟ ਇਜ਼ Ag2S। ਸੋ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਇਹਨਾਂ ਕੈਮੀਕਲ ਫਾਰਮੂਲੇਜ਼ ਦੇ ਨਾਲ ਹੀ ਯਾਦ ਕਰਨਾ ਹੈ। ਨੈਕਸਟ ਹੈ 21st। During smelting an additional substance is added which combine with impurities to form a fusible product known as। ਕਹਿੰਦੇ ਜਦੋਂ ਆਪਾਂ ਕਿਸੇ ਚੀਜ਼ ਦੀ ਸਮੈਲਟਿੰਗ ਕਰਦੇ ਹਾਂ, ਕਿਸੇ ਚੀਜ਼ ਨੂੰ ਆਪਾਂ ਪਿਘਲਾਉਂਦੇ ਹਾਂ ਤਾਂ ਇੱਕ ਅਲੱਗ ਤੋਂ ਇੱਕ ਕੁਝ ਗੰਦਾ ਪ੍ਰੋਡਕਟ ਬਾਹਰ ਨਿਕਲ ਕੇ ਆਉਂਦਾ। ਸੋ ਉਹ ਪ੍ਰੋਡਕਟ ਦਾ ਨਾਮ ਕੀ ਹੈ? ਸੋ ਉਹਦਾ ਨਾਮ ਹੈ ਸਲੈਗ। ਸੋ ਤੁਸੀਂ ਯਾਦ ਰੱਖਣਾ ਹੈ ਕਿ ਸਲੈਗ ਨਿਕਲਦਾ ਹੈ ਸਮੈਲਟਿੰਗ ਦੇ ਪ੍ਰੋਸੀਜਰ ਤੋਂ। ਨੈਕਸਟ ਹੈ ਅ ਸਟੂਡੈਂਟ ਪਲੇਸਡ ਐਨ ਆਇਰਨ ਨੇਲ ਇਨ ਕਾਪਰ ਸਲਫੇਟ। ਇੱਕ ਲੋਹੇ ਦੀ ਮੇਖ ਹੁੰਦੀ ਹੈ, ਇੱਕ ਸਟੂਡੈਂਟ ਨੇ ਕਾਪਰ ਸਲਫੇਟ ਸੋਲਿਊਸ਼ਨ ਵਿੱਚ ਪਾਤੀ ਤੇ ਉਹਨੇ ਦੇਖਿਆ ਕਿ ਇੱਕ ਲਾਲ ਬਰਾਊਨ ਕਲਰ ਦਾ ਕੋਟਿੰਗ ਹੋਣ ਲੱਗ ਗਈ ਆਇਰਨ ਨੇਲ ਦੇ ਉੱਤੇ। ਸੋ ਕਹਿੰਦੇ ਇਹ ਕਿਸ ਤਰ੍ਹਾਂ ਦੇ ਨੇਲ ਦੇ ਉੱਤੇ ਹੋਊਗੀ? ਇਹ ਜੀ ਮੇਖ ਜਿਹੜੀ ਰਫ ਤੇ ਗ੍ਰੈਨੂਲਰ ਨੇਚਰ ਦੀ ਹੋਊਗੀ। ਸੋ ਕੋਈ ਬਿਲਕੁਲ ਸੌਫਟ ਹੈ, ਸਮੂਥ ਹੈ, ਸ਼ਾਈਨਿੰਗ ਹੈ, ਉਹਦੇ ਉੱਤੇ ਛੇਤੀ ਛੇਤੀ ਇਹ ਰਿਐਕਸ਼ਨ ਨਹੀਂ ਹੋਊਗਾ। Next है 23rd। Which among the following alloy contain non-metal। So ਇਹਨਾਂ ਚੋਂ ਕਿਹੜਾ ਇਹ ਜਿਹਾ alloy ਹੈ? alloy ਕੀ ਹੁੰਦਾ? ਜਿਹੜਾ ਬਹੁਤ ਸਾਰੇ metals ਨੂੰ ਆਪਸ ਦੇ ਵਿੱਚ ਆਪਾਂ ਮਿਲਾ ਕੇ ਬਣਾਉਂਦੇ ਆ, metals ਨੂੰ non metals ਨੂੰ। ਸੋ ਕਹਿੰਦੇ ਕਿਹੜਾ ਇਹਨਾਂ ਚੋਂ alloy ਹੈ ਜਿਹਦੇ ਵਿੱਚ ਇੱਕ non metal ਹੈ? ਸੋ ਉਹ alloy ਹੈ amalgam। Next is an aluminium strip is kept immersed in freshly prepared ferrous sulfate solution taken in test tube। The change observed is that। So ਕਹਿੰਦੇ ਇੱਕ ਤੁਸੀਂ aluminium ਦੀ strip ਲੈ ਲਓ, ਉਹਨੂੰ ਤੁਸੀਂ ਇੱਕ ferrous sulfate ਆਇਰਨ ਤੇ ਸਲਫਰ ਨੂੰ ਮਿਲ ਕੇ ਜਿਹੜਾ ਕੰਪਾਊਂਡ ਸੋਲਿਊਸ਼ਨ ਬਣਾਉਣੇ ਆ ਉਹਦੇ ਵਿੱਚ ਪਾ ਦਿਓ ਤਾਂ ਕਹਿੰਦੇ ਤੁਸੀਂ ਕਿਸ ਤਰ੍ਹਾਂ ਦੀ ਚੇਂਜ ਦੇਖੋਗੇ, ਕਿਵੇਂ ਦੀ ਤੁਸੀਂ ਰਿਐਕਸ਼ਨ ਦੇਖੋਗੇ। ਸੋ ਕਹਿੰਦੇ ਤੁਸੀਂ ਇਹ ਦੇਖੋਗੇ ਕਿ ਜਿਹੜਾ ਹਰਾ ਸੋਲਿਊਸ਼ਨ ਸੀਗਾ ਫੈਰਸ ਸਲਫੇਟ ਦਾ ਉਹ ਹੌਲੀ ਹੌਲੀ ਬਰਾਊਨ ਕਲਰ ਦਾ ਹੋਣ ਲੱਗ ਜੂ ਕਿਉਂਕਿ ਐਲੂਮੀਨੀਅਮ ਸਟ੍ਰਿਪ ਉੱਥੋਂ ਫੈਰਸ ਸਲਫੇਟ ਨੂੰ ਹੌਲੀ ਹੌਲੀ
ਰਿਪਲੇਸ ਕਰਕੇ ਆਪਣਾ ਜਿਹੜਾ ਰਿਐਕਸ਼ਨ ਹੈ ਉਹ ਉੱਥੇ ਦਿਖਾਉਣ ਲੱਗ ਜੂ। ਨੈਕਸਟ ਕੁਐਸਚਨ ਬਹੁਤ ਇੰਪੋਰਟੈਂਟ ਹੈ, ਕਾਫੀ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ। ਸੋ ਇਹ ਕੁਐਸਚਨ ਹੈ, ਦ ਸਬਸਟੈਂਸ ਨਾਟ ਰਿਸਪੋਂਸਿਬਲ ਫॉर द ਹਾਰਡਨੈਸ ਆਫ ਵਾਟਰ। ਇੱਕ ਪਾਣੀ ਦੀ ਹਾਰਡਨੈਸ ਦੇ ਲਈ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਰਿਸਪੋਂਸਿਬਲ ਨਹੀਂ ਹੈ? ਸੋ ਇਹਦਾ ਆਨਸਰ ਹੈ ਸੋਡੀਅਮ ਨਾਈਟ੍ਰੇਟ। ਦੈਨ ਦ ਬਾਈ ਪ੍ਰੋਡਕਟ ਆਫ ਸੋਪ, ਇੱਕ ਜਿਹੜਾ ਸਾਬਣ ਹੁੰਦਾ, ਸੋਪ ਹੁੰਦਾ, ਜਦੋਂ ਉਹਨੂੰ ਬਣਾਇਆ ਜਾਂਦਾ ਤਾਂ ਉਹਦੇ ਵਿੱਚੋਂ ਹੋਰ ਕਿਹੜੀ ਚੀਜ਼ ਹੈ ਜਿਹੜੀ ਨਿਕਲਦੀ ਹੈ? ਸੋ ਉਹ ਹੈ ਗਲਿਸਰੋਲ। ਸੋ ਇੱਕ ਸੋਪ ਦਾ ਬਾਈ ਪ੍ਰੋਡਕਟ ਹੈ ਜਿਹਦੀ ਹੈਲਪ ਦੇ ਨਾਲ ਉਹ ਬਣਦਾ ਹੈ ਗਲਿਸਰੋਲ। ਦੈਨ 27th, ਸੋ 27th ਇਜ਼ ਕੋਵੈਲੈਂਟ ਕੰਪਾਊਂਡ। ਕੋਵੈਲੈਂਟ ਆਪਾਂ ਨੇ ਪੜ੍ਹੇ ਨੇ ਕੈਮਿਸਟਰੀ ਦੇ ਅੰਦਰ, ਜਿਵੇਂ ਡਬਲ ਬੌਂਡ ਵਾਲੇ ਹੁੰਦੇ ਨੇ, ਟ੍ਰਿਪਲ ਬੌਂਡ ਵਾਲੇ ਹੁੰਦੇ ਨੇ, ਇਸ ਤਰ੍ਹਾਂ ਦੇ ਨਾਲ ਕੁਝ ਕਾਰਬਨ ਕੰਪਾਊਂਡਸ ਟੌਪਿਕ ਦੇ ਅੰਦਰ ਆਪਾਂ ਇਹਨਾਂ ਨੂੰ ਪੜ੍ਹਦੇ ਹਾਂ। ਸੋ ਕਹਿੰਦੇ ਜਿਹੜੇ ਕੋਵੈਲੈਂਟ ਬੌਂਡਸ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ? ਕਹਿੰਦੇ ਜਿਹੜੇ ਕੋਵੈਲੈਂਟ ਬੌਂਡਸ ਨੇ ਉਹ ਉਦੋਂ ਬਣਦੇ ਨੇ ਜਦੋਂ ਜਿਹੜੇ ਐਟਮਸ ਨੇ ਉਹ ਆਪਸ ਦੇ ਵਿੱਚ ਆਪਣੇ ਇਲੈਕਟ੍ਰੋਨਸ ਨੂੰ ਸ਼ੇਅਰ ਕਰਨ। 28th, ਇਹ ਕੁਐਸਚਨ ਵੀ ਕਾਫੀ ਵਾਰੀ ਐਗਜ਼ਾਮ 'ਚ ਦੇਖਣ ਨੂੰ ਮਿਲਿਆ ਕਿ ਜਿਹੜਾ ਇੱਕ ਸਿਰਕਾ ਹੈ, ਵਿਨੇਗਰ ਹੈ, ਉਹਦਾ ਸੋਲਿਊਸ਼ਨ ਕਿਵੇਂ ਤਿਆਰ ਕੀਤਾ ਜਾਂਦਾ ਹੈ? ਸੋ ਉਹ ਹੈ, ਜੇ ਆਪਾਂ 5 ਤੋਂ 8% ਦਾ ਐਸੀਟਿਕ ਐਸਿਡ ਪਾਣੀ ਦੇ ਵਿੱਚ ਪਾ ਦਈਏ ਤਾਂ ਆਪਣੇ ਕੋਲ ਵਿਨੇਗਰ ਤਿਆਰ ਹੋ ਜਾਂਦਾ ਹੈ, ਸਿਰਕਾ। ਸੋ ਤੁਸੀਂ ਐਗਜ਼ਾਮ ਦੇ ਵਿੱਚ ਯਾਦ ਰੱਖਣਾ ਹੈ ਐਲਕੋਹਲ, ਵਾਟਰ, ਤੁਸੀਂ ਆਪਸ਼ਨਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ, ਸਿਰਫ ਸਟਾਰਟਿੰਗ ਵਾਲੀ ਪਰਸੈਂਟੇਜ ਦੇਖ ਕੇ ਤੁਸੀਂ ਗਲਤੀ ਦੇ ਨਾਲ ਕੋਈ ਹੋਰ ਆਪਸ਼ਨ ਟਿਕ ਨਹੀਂ ਕਰਨੀ। ਸੋ ਨੈਕਸਟ ਹੈ, which of the following can be used for the denaturation of ethyl alcohol? ਇਥਾਈਲ ਐਲਕੋਹਲ ਨੂੰ ਜੇ ਆਪਾਂ ਨੇ ਡੀਨੈਚੁਰੇਟ ਕਰਨਾ ਹੈ ਤਾਂ ਆਪਾਂ ਉਹਦੇ ਲਈ ਕਿਹੜੀ ਇਹਨਾਂ ਦੇ ਵਿੱਚੋਂ ਚੀਜ਼ ਯੂਜ਼ ਕਰਾਂਗੇ? ਸੋ ਇਹਦਾ ਆਨਸਰ ਹੈ all the above। ਇਹਨਾਂ ਤਿੰਨਾਂ ਦੀ ਵਰਤੋਂ ਦੇ ਨਾਲ ਆਪਾਂ ਇਥਾਈਲ ਐਲਕੋਹਲ ਸੋਲਿਊਸ਼ਨ ਨੂੰ ਦੁਬਾਰਾ ਤੋਂ ਇੱਕ ਉਹਦੀ ਓਰੀਜਨਲ ਡੀਨੈਚੁਰੇਸ਼ਨ ਫਾਰਮ ਦੇ ਵਿੱਚ ਲੈ ਕੇ ਆ ਸਕਦੇ ਹਾਂ। ਸੋ 30th ਹੈ ਕਿ ਜਿਹੜੇ ਸਾਬਣ ਨੇ, ਸੋਪ ਨੇ, ਉਹ ਕਿਸ ਚੀਜ਼ ਦੀ ਸਪੋਨੀਫਿਕੇਸ਼ਨ ਪ੍ਰੋਸੈਸ ਦੇ ਨਾਲ ਤਿਆਰ ਕੀਤੇ ਜਾਂਦੇ ਨੇ? ਸੋ ਜਿਹੜੇ ਸਿੰਪਲ ਨੇਚਰ ਦੇ ਐਸਟਰ ਹੁੰਦੇ ਨੇ ਉਹਨਾਂ ਦੀ ਸਪੋਨੀਫਿਕੇਸ਼ਨ ਕਰਕੇ ਆਪਾਂ ਸਾਬਣ ਤਿਆਰ ਕਰਦੇ ਹਾਂ। 31st is ਕਾਰਬਨ ਡਾਈਆਕਸਾਈਡ। ਸੋ CO2 ਕੀ ਹੁੰਦੀ ਹੈ? ਕਾਰਬਨ ਡਾਈਆਕਸਾਈਡ। ਕੈਨ ਬੀ ਈਜ਼ਲੀ ਲਿਕੁਫਾਈਡ, ਇਹਨੂੰ ਆਪਾਂ ਲਿਕੁਇਡ ਫਾਰਮ 'ਚ ਬਣਾ ਸਕਦੇ ਹਾਂ ਜਾਂ ਫਿਰ ਸੋਲਿਡ ਫਾਰਮ ਦੇ ਵਿੱਚ ਤਿਆਰ ਕਰ ਸਕਦੇ ਹਾਂ ਆਸਾਨੀ ਦੇ ਨਾਲ। ਕਿਉਂ? ਕਿਉਂਕਿ ਕਹਿੰਦੇ ਇਹਦੇ ਜਿਹੜੇ ਆਪਸ ਦੇ ਵਿੱਚ ਜ਼ਿਆਦਾ ਫੋਰਸ ਦੀ ਅਟਰੈਕਸ਼ਨ ਦੇ ਨਾਲ ਬਣਾਈਆਂ ਹੋਈਆਂ ਕੰਬੀਨੇਸ਼ਨ ਹੁੰਦੇ ਨੇ। ਸੋ ਇਟ ਹੈਜ਼ ਕੰਪੈਰੀਟਿਵਲੀ ਮੋਰ ਫੋਰਸ ਆਫ ਅਟਰੈਕਸ਼ਨ। ਬਾਕੀ ਗੈਸ ਦੇ ਕੰਪੈਰੀਟਿਵਲੀ ਜਿਹੜੇ ਕਾਰਬਨ ਦੇ ਕੰਪਾਊਂਡ ਨੇ, ਕਾਰਬਨ ਡਾਈਆਕਸਾਈਡ ਹੈ, ਇਹ ਬਹੁਤ ਜ਼ਿਆਦਾ ਸਟਰੋਂਗ ਨੇਚਰ ਦੀ, ਸਟਰੋਂਗ ਅਟਰੈਕਸ਼ਨ ਵਾਲੀ ਗੈਸ ਹੈ। ਸੋ ਇਸੇ ਲਈ ਆਪਾਂ ਇਹਨਾਂ ਨੂੰ ਲਿਕੁਇਡ ਜਾਂ ਸੋਲਿਡ ਕਿਸੇ ਵੀ ਫਾਰਮ ਦੇ ਵਿੱਚ ਬਦਲ ਸਕਦੇ ਹਾਂ। ਸੋ 32nd ਹੈ, which of the following has highest kinetic energy? ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਦੇ ਵਿੱਚ ਕਾਈਨੈਟਿਕ એનર્ਜੀ ਸਭ ਤੋਂ ਜ਼ਿਆਦਾ ਹੋਊਗੀ? ਸੋ ਉਹ ਹੋਊਗੀ ਇੱਕ ਸਟੀਮ, ਭਾਫ ਜਿਹਦੀ 100 ਡਿਗਰੀ ਸੈਲਸੀਅਸ ਤੇ ਆਪਾਂ ਰੱਖੀਏ ਤਾਂ ਇੱਕ ਜਿਹੜੀ ਸਟੀਮ ਹੈ ਸਭ ਤੋਂ ਜ਼ਿਆਦਾ ਕਾਈਨੈਟਿਕ એનર્ਜੀ ਉੱਥੋਂ। ਤੁਸੀਂ ਦੇਖਿਆ ਤੁਹਾਨੂੰ ਥੋੜੀ ਜਿਹੀ ਵੀ ਜੇ ਭਾਫ ਲੱਗ ਜੇ ਗਰਮ ਗਰਮ, ਤੁਸੀਂ ਕੋਈ ਭਾਂਡੇ ਦਾ ਢੱਕਣ ਚੱਕੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਬਰਨਿੰਗ ਫੀਲ ਹੁੰਦੀ ਹੈ। ਸੋ ਉਹਦਾ ਇਹੀ ਕਾਰਨ ਹੈ ਕਿ ਸਟੀਮ ਦੇ ਵਿੱਚ 100 ਡਿਗਰੀ ਸੈਲਸੀਅਸ ਤੇ ਸਭ ਤੋਂ ਜ਼ਿਆਦਾ ਕਾਈਨੈਟਿਕ એનર્ਜੀ ਹੈ। 33rd ਕੁਐਸਚਨ ਇਜ਼ ਜਿਹੜਾ ਬੋਸ-ਆਇਨਸਟਾਈਨ ਕੰਡੈਂਸੇਟ ਹੈ ਉਹਦੇ ਵਿੱਚ ਕੀ ਹੁੰਦਾ? ਸੋ ਉਹਦੇ ਵਿੱਚ ਸਭ ਤੋਂ ਘੱਟ ਕਾਈਨੈਟਿਕ એનર્ਜੀ ਪਾਈ ਜਾਂਦੀ ਹੈ। ਨੈਕਸਟ ਹੈ 34th, which of the following is most suitable for summer? ਇਹਨਾਂ ਦੇ ਵਿੱਚੋਂ ਕਿਸ ਤਰ੍ਹਾਂ ਦਾ ਕੱਪੜਾ ਗਰਮੀਆਂ ਦੇ ਲਈ ਸਭ ਤੋਂ ਜ਼ਿਆਦਾ ਸੂਟੇਬਲ ਮੰਨਿਆ ਜਾਂਦਾ ਹੈ? ਸੋ ਉਹ ਹੈ ਕਾਟਨ। ਨੈਕਸਟ ਹੈ which of the following is incorrect about plasma? ਪਲਾਜ਼ਮਾ ਨੂੰ ਲੈ ਕੇ ਕਿਹੜੀ ਚੀਜ਼ ਇਹਨਾਂ ਦੇ ਵਿੱਚੋਂ ਗਲਤ ਹੈ? ਇਹ ਕੁਐਸਚਨ 2-3 ਰੀਸੈਂਟ ਐਗਜ਼ਾਮਸ ਦੇ ਵਿੱਚ ਦੇਖਿਆ ਗਿਆ ਹੈ। ਸੋ ਪਲਾਜ਼ਮਾ ਗਲੋ ਵਿਦ ਕਲਰ which does not depend upon nature of gas, ਸੋ ਇਹ ਗਲਤ ਹੈ। ਨੈਕਸਟ ਹੈ ਜਿਹੜੇ ਵੇਪਰ ਦੇ ਰੰਗ ਹੁੰਦੇ ਨੇ ਉਹ ਆਪਾਂ ਜਦੋਂ ਆਇਓਡੀਨ ਸੋਲਿਡ ਨੂੰ ਸਬਲਾਈਮ ਕਰਦੇ ਹਾਂ, ਆਪਾਂ ਉਹਦੇ ਪ੍ਰੋਸੈਸ ਹੁੰਦਾ ਜਿਹਦੇ ਨਾਲ ਉਹਨੂੰ ਬਦਲਦੇ ਹਾਂ ਤਾਂ ਕਹਿੰਦੇ ਕਿਸ ਤਰ੍ਹਾਂ ਦੇ ਵੇਪਰ ਨਿਕਲਦੇ ਨੇ ਆਇਓਡੀਨ ਸੋਲਿਡ ਦੇ ਵਿੱਚੋਂ? ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਏ, ਪਰਪਲ ਵਾਇਲਟ ਰੰਗ ਦੇ ਨਿਕਲਦੇ ਨੇ ਆਇਓਡੀਨ ਚੋਂ। 37th ਹੈ ਇਹਨਾਂ ਦੇ ਵਿੱਚੋਂ ਕਿਹੜੀ ਕੰਡੀਸ਼ਨ ਦੇ ਵਿੱਚ ਆਪਾਂ ਪਾਣੀ ਨੂੰ ਰੂਮ ਟੈਂਪਰੇਚਰ ਤੇ ਬੋਇਲ ਕਰ ਸਕਦੇ ਹਾਂ? ਸੋ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ।
ਸੋ ਆਪਾਂ ਪਾਣੀ ਨੂੰ ਉਦੋਂ ਬੋਇਲ ਕਰ ਸਕਦੇ ਹਾਂ ਰੂਮ ਟੈਂਪਰੇਚਰ ਤੇ ਜਦੋਂ ਪ੍ਰੈਸ਼ਰ ਲੋ ਹੋਵੇ। ਸੋ 38th ਕੁਐਸਚਨ ਹੈ which of the following is not endothermic process? ਇੱਕ ਹੁੰਦਾ ਐਗਜ਼ੋ ਜਿਹਦੇ ਵਿੱਚ ਬਾਹਰ ਜਾਂਦੀ ਹੈ, ਇੱਕ ਹੁੰਦੀ ਹੈ ਐਂਡੋ। ਸੋ ਇਹਨਾਂ ਵਿੱਚੋਂ ਜਿਹੜਾ ਟੈਂਪਰੇਚਰ ਹੈ ਉਹ ਐਂਡੋਥਰਮਿਕ ਪ੍ਰੋਸੈਸ ਨਹੀਂ ਹੈ। Which of the following does not affect rate of evaporation? So rate of evaporation ਨੂੰ ਕੋਈ ਵੀ ਜਿਹੜੀ heavy impurity ਹੈ ਉਹ affect ਨਹੀਂ ਕਰਦੀ। heavy impurity ਜਿਹੜੀ insoluble ਹੈ, ਜੇ soluble ਹੋ ਤਾਂ effect ਕਰੂਗੀ। Next ਹੈ 40th question, kinetic energy ਹੈ ਜਿਹੜੀ molecules ਦੀ ਉਹ ਕਿਸ ਚੀਜ਼ ਦੇ ਨਾਲ directly proportion ਹੈ। directly proportion ਦਾ ਮਤਲਬ ਹੁੰਦਾ ਜੇ ਇੱਕ ਚੀਜ਼ ਵੱਧ ਰਹੀ ਹੈ ਉਹ ਵੀ ਵਧੂ, ਇੱਕ ਚੀਜ਼ ਘਟ ਰਹੀ ਹੈ ਉਹ ਵੀ ਘਟੂ। ਸੋ ਇਹਦਾ ਆਨਸਰ ਹੈ ਆਪਸ਼ਨ ਸੀ, ਟੈਂਪਰੇਚਰ ਤੇ ਪ੍ਰੈਸ਼ਰ ਦੋਨੋਂ ਚੀਜ਼ਾਂ ਦਾ ਬਰਾਬਰ ਦਾ ਅਸਰ ਹੈ ਕਾਈਨੈਟਿਕ એનર્ਜੀ ਉੱਤੇ। ਸੋ 41st ਹੈ ਨਿਊਕਲੋਨਸ ਆਰ, ਜਿਹੜੇ ਨਿਊਕਲੋਨ ਨੇ ਉਹਦੇ ਵਿੱਚ ਕੀ ਹੁੰਦਾ। ਸੋ ਉਹਦੇ ਦੋ ਚੀਜ਼ਾਂ ਹੁੰਦੀਆਂ ਨੇ, ਪ੍ਰੋਟੋਨ ਤੇ ਨਿਊਟਰੋਨ। ਤੁਸੀਂ ਪੇਪਰ ਦੇਖਿਆ ਹੋ ਕਿ ਐਟਮਸ ਟੌਪਿਕ ਚੋਂ ਬਹੁਤ ਵਾਰੀ ਕੁਐਸਚਨਸ ਆਉਂਦੇ ਨੇ। ਸੋ ਨੈਕਸਟ ਹੈ ਦੀ ਆਈਸੋਟੋਪ ਡਿਊਟੀਰੀਅਮ ਆਫ ਹਾਈਡਰੋਜਨ ਹੈਜ਼। ਇਹ ਕੁਐਸਚਨ ਆਈਸੋਟੋਪ ਉੱਤੇ, ਹਾਈਡਰੋਜਨ ਉੱਤੇ ਸਿਵਲ ਸਰਵਿਸਿਜ਼ ਸਪੈਸ਼ਲੀ ਜੇ ਆਪਾਂ ਪੰਜਾਬ PCS ਦੀ ਗੱਲ ਕਰੀਏ, PPSC ਦੇ ਦੁਆਰਾ ਜੋ ਵੀ ਐਗਜ਼ਾਮ ਕੰਡਕਟ ਕਰਵਾਏ ਜਾਂਦੇ ਨੇ, ਜਿਵੇਂ ਆਪਾਂ ਨੂੰ ਪਤਾ ਕਿ ਨਾਇਬ ਤਹਿਸੀਲਦਾਰ ਦਾ ਬਹੁਤ ਇੰਪੋਰਟੈਂਟ ਐਗਜ਼ਾਮ ਆਉਣ ਵਾਲਾ ਹੈ। ਸੋ ਇਸ ਤਰ੍ਹਾਂ ਦੇ ਜਿਹੜੇ PPSC ਐਗਜ਼ਾਮ ਕੰਡਕਟ ਕਰਵਾਉਂਦੀ ਆ ਉਹਨਾਂ ਵਿੱਚ ਆਈਸੋਟੋਪਸ ਵਿੱਚੋਂ, ਹਾਈਡਰੋਜਨ ਐਲੀਮੈਂਟਸ ਦੇ ਵਿੱਚੋਂ ਕੁਐਸਚਨ 100% ਪੁੱਛੇ ਜਾਂਦੇ ਨੇ। ਇਹ ਦੋ ਤਿੰਨ ਟੌਪਿਕ ਉਹਨਾਂ ਦੇ ਫੇਵਰੇਟ ਟੌਪਿਕ ਨੇ। ਸੋ ਜਿਹੜਾ ਆਈਸੋਟੋਪ ਡਿਊਟੀਰੀਅਮ ਹੈ ਹਾਈਡਰੋਜਨ ਦਾ, ਉਹਦੇ ਵਿੱਚ ਇੱਕ ਪ੍ਰੋਟੀਨ ਹੁੰਦਾ, ਇੱਕ ਨਿਊਟਰੋਨ ਹੁੰਦਾ। 43rd is the electron present in outermost shell। ਇੱਕ ਸ਼ੈਲ ਹੁੰਦਾ ਹੈ ਐਟਮ ਦਾ, ਕਹਿੰਦੇ ਜਿਹੜਾ ਸਭ ਤੋਂ ਬਾਹਰ ਵਾਲਾ ਸ਼ੈਲ ਹੈ ਇਹਦੇ ਚ ਜਿਹੜੇ ਇਲੈਕਟ੍ਰੋਨ ਹੁੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ। ਸੋ ਉਹਨਾਂ ਨੂੰ ਆਪਾਂ ਕਹਿੰਦੇ ਆ ਵੈਲੈਂਸ ਇਲੈਕਟ੍ਰੋਨ। ਨੈਕਸਟ ਹੈ ਜਿਹੜਾ ਇੱਕ ਅਲਫਾ ਪਾਰਟੀਕਲ ਹੈ ਉਹਦੇ ਵਿੱਚ ਕੀ ਹੁੰਦਾ। ਸੋ ਅਲਫਾ ਪਾਰਟੀਕਲ ਦੇ ਵਿੱਚ ਬੇਸਿਕਲੀ ਦੋ ਪੋਜ਼ਿਟਿਵ ਚਾਰਜ ਹੁੰਦੇ ਨੇ, 4 ਉਹਦਾ ਮਾਸ ਯੂਨਿਟ ਹੁੰਦਾ। ਨੈਕਸਟ ਇੱਕ ਨੂਮੈਰੀਕਲ ਟਾਈਪ ਕੁਐਸਚਨ ਹੈ। ਸੋ ਸੋਡੀਅਮ ਹੈ ਜਿਹੜਾ, ਇਹਦਾ ਐਟੋਮਿਕ ਨੰਬਰ ਹੈ 11, ਇਹਦਾ ਮਾਸ ਨੰਬਰ ਹੈ 23। ਸੋ ਇਹ ਤਾਂ ਵੈਸੇ ਤੁਹਾਨੂੰ ਯਾਦ ਕਰਨੇ ਪੈਣਗੇ, ਬਟ ਇਹ ਮੈਂ ਤੁਹਾਨੂੰ ਜਿਹੜੇ ਬਹੁਤ ਜ਼ਿਆਦਾ ਵਾਰ ਰਿਪੀਟ ਹੁੰਦੇ ਨੇ ਕੁਐਸਚਨਸ ਨੂਮੈਰੀਕਲਸ ਉਹ ਮੈਂ ਤੁਹਾਨੂੰ ਐਜ਼ ਇਟ ਇਜ਼ ਤੁਹਾਨੂੰ ਦੁਬਾਰਾ ਦੱਸ ਰਹੀ ਹਾਂ ਕਿ ਇਸ ਲਈ ਕਰਵਾ ਰਹੀ ਹਾਂ ਸੋ ਦੈਟ ਜੇ ਤੁਸੀਂ ਫਾਰਮੂਲਾ ਬੇਸਡ ਉਹ ਥਿਊਰੀ ਵਿੱਚ ਨਹੀਂ ਜਾਣਾ, ਪ੍ਰੈਕਟੀਕਲ ਥਿਊਰੀ ਵਿੱਚ ਨਹੀਂ ਜਾਣਾ, ਤਾਂ ਤੁਸੀਂ ਸਿਰਫ ਔਰ ਸਿਰਫ ਇਹਨਾਂ MCQs ਦੇ ਵਿੱਚੋਂ ਐਜ਼ ਇਟ ਇਜ਼ ਇਹਨਾਂ ਨੂੰ ਰਿਮੈਂਬਰ ਕਰਨਾ ਹੈ। ਸੋ ਇਹਦਾ ਸਹੀ ਆਨਸਰ ਹੈ 11 ਇਲੈਕਟ੍ਰੋਨ ਤੇ 12 ਨਿਊਟਰੋਨ। 46th ਹੈ ਜਿਹੜੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਹੈ ਕਲੋਰੀਨ ਦੀ। ਸੋ ਇਹ ਤਾਂ ਹੁਣ ਤੁਹਾਨੂੰ ਵੈਸੇ ਤਾਂ ਯਾਦ ਕਰਨੀਆਂ ਪੈਣਗੀਆਂ ਕਿ ਕਿਹਦੇ ਵਿੱਚ ਕਿੰਨੇ ਐਟਮ, ਐਟੋਮਿਕ ਨੰਬਰ ਕਿੰਨਾ ਹੈ, ਕਿੰਨੇ ਐਟਮਸ ਨੇ, ਬਟ ਤੁਸੀਂ ਫॉर द ਟਾਈਮ ਬਿੰਗ ਇਹ ਯਾਦ ਰੱਖ ਲਓ ਕਿ 17 ਹੁੰਦਾ ਕਲੋਰੀਨ ਦਾ ਟੋਟਲ। ਸੋ ਉਹਦੇ ਵਿੱਚ ਦੋ ਅੰਦਰ ਵਾਲੇ ਸ਼ੈਲ ਚ ਹੁੰਦੇ ਨੇ, ਉਸ ਤੋਂ ਬਾਅਦ ਹੁੰਦੇ ਨੇ 8 ਇਲੈਕਟ੍ਰੋਨ, ਦੈਨ ਬਾਹਰ ਵਾਲੇ ਚ ਹੁੰਦੇ ਨੇ 7। ਸੋ ਜਿਹੜੀ ਕਲੋਰੀਨ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਹੈ ਉਹ ਹੈ 2 8 7। 47th question ਹੈ the isotope used to remove the brain tumor। ਇਹ question ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ, 3-4 ਵਾਰੀ ਤਾਂ ਮੈਂ ਖੁਦ ਇਹ ਐਗਜ਼ਾਮ ਦੇ ਵਿੱਚ question ਦੇਖ ਚੁੱਕੀ ਹਾਂ ਕਿ ਦਿਮਾਗ ਦੇ ਵਿੱਚ ਜਿਹੜਾ ਟਿਊਮਰ ਹੁੰਦਾ ਜਾਂ ਕੈਂਸਰ ਦਾ ਟ੍ਰੀਟਮੈਂਟ ਹੁੰਦਾ ਉਹਨੂੰ ਠੀਕ ਕਰਨ ਦੇ ਲਈ ਆਪਾਂ ਕਿਹੜੇ ਆਈਸੋਟੋਪ ਦੀ ਮਦਦ ਲੈਂਦੇ ਆ। ਸੋ ਉਹ ਆਪਾਂ ਲੈਂਦੇ ਆ CO60 ਦੀ। ਸੋ ਇਹਦਾ ਆਪਸ਼ਨ 4 ਸਹੀ ਆਨਸਰ ਹੈ। ਸੋ 48th ਹੈ ਇੱਕ ਅਲਫਾ ਸਕੈਟਰਿੰਗ ਐਕਸਪੈਰੀਮੈਂਟ ਦੇ ਵਿੱਚ ਕੁਝ ਅਲਫਾ ਪਾਰਟੀਕਲਸ ਰੀਬਾਊਂਡ ਹੋ ਜਾਂਦੇ ਨੇ, ਕਿਉਂ? ਕਿਉਂਕਿ ਜਿਹੜਾ ਪੋਜ਼ਿਟਿਵ ਚਾਰਜ ਹੁੰਦਾ ਹੈ ਕਿਸੇ ਵੀ ਐਟਮ ਦਾ ਉਹਦੇ ਵਿੱਚ ਬਹੁਤ ਜ਼ਿਆਦਾ ਘੱਟ ਸਪੇਸ ਹੁੰਦੀ ਹੈ ਅੰਦਰ ਪਾਸ ਕਰਨ ਦੀ। ਸੋ ਇਸੇ ਲਈ ਉਹ ਵਾਪਿਸ ਤੋਂ ਅਲਫਾ ਪਾਰਟੀਕਲਸ ਨੇ ਪਿੱਛੇ ਚਲੇ ਜਾਂਦੇ ਨੇ। 49th ਹੈ which of the following was first human made plastic। ਇਹਨਾਂ ਦੇ ਵਿੱਚੋਂ ਇਨਸਾਨ ਆਦਮੀ ਦੁਆਰਾ ਬਣਾਇਆ ਗਿਆ ਪਹਿਲਾ ਪਲਾਸਟਿਕ ਕਿਹੜਾ ਸੀ। ਸੋ ਉਹ ਸੀ ਸੈਲੂਲੋਇਡ। ਦੈਨ ਆਪਣਾ ਲਾਸਟ ਕੁਐਸਚਨ ਹੈ ਇਸ ਕੈਮਿਸਟਰੀ MCQ ਸੀਰੀਜ਼ ਦੇ ਵਿੱਚੋਂ which among the following is quicksilver। ਛੇਤੀ ਬਣਨ ਵਾਲਾ ਸਿਲਵਰ, ਚਾਂਦੀ, ਆਪਾਂ ਕਿਹਨੂੰ ਕਹਿੰਦੇ ਆ? ਉਹ ਕਹਿੰਦੇ ਆ ਆਪਾਂ ਮਰਕਰੀ ਨੂੰ। ਸੋ ਇਹ ਸੀ ਆਪਣੇ ਇੰਪੋਰਟੈਂਟ ਟੌਪ 50 MCQs। ਸੋ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਸਕਦੇ ਹੋ, ਮੈਨੂੰ ਪਤਾ ਹੈ ਕਿ ਤੁਹਾਨੂੰ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਲੱਗ ਰਿਹਾ ਹੋਊਗਾ ਕਿ ਇਹ ਬਹੁਤ ਟਫ ਹੈ। ਸੋ
ਕੈਮਿਸਟਰੀ ਦੇ ਜੇ ਤੁਸੀਂ ਬੇਸਿਕ ਕਨਸੈਪਟ ਸਮਝ ਲਓਗੇ ਤਾਂ ਤੁਹਾਨੂੰ ਇਹ ਸਾਰੇ ਦੇ ਸਾਰੇ MCQ ਬਹੁਤ ਆਸਾਨ ਲੱਗਣਗੇ। ਸੋ ਇਸੇ ਲਈ ਮੇਰਾ ਹਮੇਸ਼ਾ ਮੇਨ ਫੋਕਸ ਹੁੰਦਾ ਕਿ ਮੈਂ ਪਹਿਲਾਂ ਥਿਊਰੀ ਕਰਵਾਵਾਂ। ਆਲਦੋ ਮੈਨੂੰ ਬਹੁਤ ਸਾਰੇ ਸਟੂਡੈਂਟਸ ਕਮੈਂਟਸ ਕਰਦੇ ਰਹਿੰਦੇ ਨੇ ਕਿ MCQ ਕਰਵਾਓ। ਸੋ ਮੈਨੂੰ ਹੁੰਦਾ ਕਿ ਪਹਿਲਾਂ ਜਦੋਂ ਤੱਕ ਆਪਾਂ ਨੂੰ ਕਿਸੇ ਚੀਜ਼ ਦੀ ਪੂਰੀ ਡੀਟੇਲਿੰਗ ਦਿਮਾਗ ਵਿੱਚ ਨਹੀਂ ਹੈ, ਆਪਾਂ ਸਿੱਧਾ MCQ ਰੱਟ ਕੇ ਕਦੇ ਵੀ ਐਗਜ਼ਾਮ ਕਲੀਅਰ ਨਹੀਂ ਕਰ ਸਕਦੇ। ਸੋ ਤੁਹਾਨੂੰ ਖੁਦ ਨੂੰ ਇਹ ਚੀਜ਼ ਫੀਲ ਹੋਊਗੀ ਕਿ ਥਿਊਰੀ ਕਰਕੇ ਜੋ ਤੁਸੀਂ MCQ ਸੋਲਵ ਕਰਦੇ ਹੋ ਤਾਂ ਕਿੰਨਾ ਜ਼ਿਆਦਾ ਉਹਦਾ ਪੋਜ਼ਿਟਿਵ ਇਫੈਕਟ ਹੁੰਦਾ। ਜਦੋਂ ਤੁਸੀਂ ਜ਼ਿਆਦਾ ਪੜ੍ਹ ਕੇ ਉੱਥੇ 3-4 ਕੁਐਸਚਨ ਸੋਲਵ ਕਰਨੇ ਹੁੰਦੇ ਨੇ ਤਾਂ ਉੱਥੇ ਫਿਰ ਤੁਹਾਨੂੰ ਬਹੁਤ ਆਸਾਨੀ ਨਾਲ ਉਹ ਕੁਐਸਚਨਸ ਦੇ ਆਨਸਰ ਯਾਦ ਹੁੰਦੇ ਨੇ। ਜਦੋਂ ਤੁਸੀਂ ਸਿਰਫ MCQ ਪੜ੍ਹ ਕੇ ਜਾਂਦੇ ਹੋ ਤਾਂ MCQ ਕਦੇ ਵੀ ਸ਼ੋਰਿਟੀ ਨਹੀਂ ਹੁੰਦੀ ਕਿ ਉਹ ਐਗਜ਼ਾਮ ਦੇ ਵਿੱਚ ਐਜ਼ ਇਟ ਇਜ਼ ਆਨ। ਸੋ ਹਮੇਸ਼ਾ ਮੇਰਾ ਇਹ ਪਰਸਨਲ ਸੁਜੈਸ਼ਨ ਹੈ ਕਿ ਪਹਿਲਾਂ ਥਿਊਰੀ ਉੱਤੇ ਫੋਕਸ ਕਰੋ, ਦੈਨ ਮੂਵ ਟੂਵਰਡਸ MCQ। ਸੋ MCQ ਤਾਂ ਤੁਸੀਂ ਐਗਜ਼ਾਮ ਤੋਂ ਹਫਤਾ 10 ਦਿਨ ਪਹਿਲਾਂ ਪ੍ਰੈਕਟਿਸ ਦੇ ਲਈ ਕਰੋ, ਬਟ ਆਪਣਾ ਮੇਜਰ ਕੋਈ ਵੀ ਐਗਜ਼ਾਮ ਆ ਮੇਜਰ ਫੋਕਸ ਹਮੇਸ਼ਾ ਥਿਊਰੀ ਉੱਤੇ ਦਿਓ। ਸੋ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਦਿਓ। ਹੁਣ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਡੇ ਨਾਲ ਇਕਨੋਮਿਕਸ ਦੇ ਇੰਪੋਰਟੈਂਟ ਟੌਪਿਕਸ ਡਿਸਕਸ ਕਰਦੀ ਜਾ ਰਹੀ ਹਾਂ ਡੇਲੀ ਬੇਸਿਸ ਤੇ, ਨਾਲ ਮੈਂ ਥੋੜਾ ਵਿੱਚ ਦੀ ਪੰਜਾਬ ਕਲਚਰ ਦੇ ਟੌਪਿਕਸ ਤੁਹਾਨੂੰ ਦੇ ਰਹੀ ਹਾਂ। ਸੋ ਇਫ ਯੂ ਵਾਂਟ ਮੀ ਟੂ ਟੇਕ ਅਪ ਸਾਇੰਸ ਐਂਡ ਟੈਕਨੋਲੋਜੀ, ਇਹਦੇ ਕੁਝ ਮੇਜਰ ਟੌਪਿਕਸ ਕੈਮਿਸਟਰੀ ਦੇ, ਬਾਇਓ ਦੇ, ਫਿਜ਼ਿਕਸ ਦੇ, ਕੋਈ ਵੀ ਤੁਸੀਂ ਮੈਨੂੰ ਰეკਮੈਂਡ ਕਰ ਸਕਦੇ ਹੋ, then I can provide lectures on that too। ਸੋ ਇਹ ਨੇ ਤੁਹਾਡੇ ਆਨਸਰ ਸਾਰੇ MCQ ਦੇ। And please do like, share, comment on my channel, on my videos, support it, subscribe it, share it with your friends and family. Thank you and good luck।